ਸੋ ਕਹਿਣ ਦਾ ਮਤਲਬ ਤਾਂ ਉਦੋਂ ਇਨਸਾਨ ਨੂੰ ਵਾਇਰਸ, ਬੈਕਟੀਰੀਆ, ਪੈਰਾਸਾਈਟ ਹਰ ਚੀਜ਼ ਤੋਂ, ਫੰਗਸ ਤੋਂ ਇਨਫੈਕਸ਼ਨ ਹੁੰਦੇ ਸੀ, ਬੁਖਾਰ ਚੜ੍ਹਦਾ ਸੀ ਅਤੇ ਇਮਿਊਨ ਸਿਸਟਮ ਉੱਦਾਂ ਹੀ ਤੱਤਾ ਰਹਿੰਦਾ ਸੀ ਚੌਕੰਨੇ 'ਚ ਵੀ ਆਪਾਂ ਕੁਛ ਨਾ ਕੁਛ ਕਰੀਏ। ਹੁਣ ਸਾਡਾ ਜਿਹੜਾ ਤਾਪਮਾਨ ਹੈਗਾ ਸਾਡੇ ਸਰਕੇਡੀਅਨ ਰਿਦਮ ਦੇ ਨਾਲ ਵੀ ਚੱਲਣਾ। 5% ਮੈਂ ਬੱਚੇ ਦੇਖਦਾ ਜਿਹਦਾ ਥਾਇਰੋਇਡ ਹਾਈ ਹੁੰਦਾ, ਉਹਨਾਂ ਦਾ ਬੋਡੀ ਟੈਂਪਰੇਚਰ ਵੱਧ ਜਾਂਦਾ, ਉਹਨਾਂ ਦੀ ਜਿਵੇਂ ਨੀਂਦ ਘੱਟ ਜਾਂਦੀ ਆ, ਉਹਨਾਂ ਦਾ ਵੇਟ ਘਟਣਾ ਸ਼ੁਰੂ ਹੋ ਜਾਂਦਾ। ਸੋ ਉਹ ਵੀ ਫੈਕਟਰ ਹੈਗਾ ਵੀ ਥਾਇਰੋਇਡ ਜ਼ਿਆਦਾ ਹੋ ਗਿਆ ਤਾਂ ਟੈਂਪਰੇਚਰ ਤੁਹਾਡਾ ਚੱਕੇ ਜਾਣਾ। ਉਹਨਾਂ ਦੇ ਵਿੱਚ ਉਹਨਾਂ ਦੇਖਿਆ ਵੀ ਇੱਕ ਜੀਨ ਡਿਫੈਕਟ ਹੈਗਾ। ਅੱਛਾ, ਜੀਨ ਡਿਫੈਕਟ ਦਾ ਮਤਲਬ ਇਹ ਹੈਗਾ ਵੀ ਜਿਹੜੀ ਸਾਡੀ ਮਸਲ ਹੈਗੀ ਆ ਉਹਦੇ ਵਿੱਚ ACTN3 ਕਰਕੇ ਇੱਕ ਜੀਨ ਹੈਗੀ ਆ, ਉਹ ਕੰਮ ਠੀਕ ਨਹੀਂ ਕਰ ਰਹੀ, ਉਹਦੇ ਕਰਕੇ ਉਹ ਪ੍ਰੋਪਰ ਪ੍ਰੋਟੀਨ ਨਹੀਂ ਬਣ ਰਹੀ। ਲੇਕਿਨ ਉਹਦਾ ਐਡਵਾਂਟੇਜ ਦੇਖੋ, ਉਹ ਬੰਦੇ ਜਿਹੜੇ ਹੈਗੇ ਕੋਲਡ ਬਹੁਤ ਜ਼ਿਆਦਾ ਟੋਲਰੇਟ ਕਰ ਪਾਉਂਦੇ ਆ। ਜਿਹੜੀ ਸਡਨ ਫਲਕਚੁਏਸ਼ਨ ਟੈਂਪਰੇਚਰ ਗਰਮੀਆਂ ਦੇ ਮਹੀਨੇ 'ਚ, ਜਿਵੇਂ ਤੁਸੀਂ ਕਾਰ 'ਚ ਬੈਠੇ ਜਾ ਰਹੇ ਹੋ, ਅੱਧਾ ਘੰਟਾ ਕਾਰ 'ਚ ਰਹੇ, ਇੱਕਦਮ ਬਾਹਰ ਨਿਕਲ ਗਏ, ਅਨਲੋਡ ਕਰਨ ਲੱਗ ਗਏ, ਗਰਮੀ ਹੋ ਗਏ, ਫਿਰ ਤੁਸੀਂ ਕਾਰ ਚਲੇ ਗਏ। ਲਾਈਕ ਇਹ ਸਰਟਨ ਫਲਕਚੁਏਸ਼ਨਸ ਨੇ ਕੁਛ ਕਰਦੀਆਂ ਨੇ ਕਿ ਵਹਿਮ ਪਿਆ ਹੋਇਆ ਨਹੀਂ ਜੀ ਮੈਂ ਤਾਂ ਗਰਮ ਸਰਦ ਹੋ ਜਾਊਂਗਾ, ਮੈਂ ਨਹੀਂ ਏਅਰ ਕੰਡੀਸ਼ਨ ਲਾਉਣਾ, ਏਅਰ ਕੰਡੀਸ਼ਨ ਨਾਲ ਬੰਦਾ ਬਿਮਾਰ ਹੋ ਜਾਂਦਾ। ਕਈ ਲੋਕਾਂ ਦੇ ਕਾਰਾਂ 'ਚ ਏਅਰ ਕੰਡੀਸ਼ਨ ਆ, ਉਹ ਸ਼ੀਸ਼ਾ ਖੋਲ੍ਹ ਲੈਂਦੇ ਆ, ਏਅਰ ਕੰਡੀਸ਼ਨ ਔਨ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਕਿ ਜੇ ਏਅਰ ਕੰਡੀਸ਼ਨ ਔਨ ਕਰ ਲਿਆ ਤਾਂ ਮੇਰਾ ਠੰਡ ਹੋ ਜਾਣੀ ਹੈ, ਮੈਂ ਬਿਮਾਰ। The Harjinder Thin Show। ਡਾਕਟਰ ਪਰਜੀਤ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਥਿੰਨ ਸਾਹਿਬ, ਅਤੇ ਸਾਰੇ ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਹੁਣ ਗਰਮੀ ਬਹੁਤ ਵੱਧ ਗਈ ਆ, 40 ਡਿਗਰੀ ਸੀ ਕੱਲ੍ਹ, 42 ਡਿਗਰੀ ਕਈ ਇਲਾਕਿਆਂ 'ਚ ਰਿਹਾ। ਹੁਣ ਜਿਹੜਾ ਬੋਡੀ ਟੈਂਪਰੇਚਰ ਹੈ ਬੱਚਿਆਂ ਦਾ, ਬਜ਼ੁਰਗਾਂ ਦਾ ਅਤੇ ਐਡਲਟਸ ਦਾ, ਇਹ ਬਰਾਬਰ ਹੀ ਹੈ 36-37 ਦੇ ਨੇੜੇ ਹੀ ਰਹਿੰਦਾ ਜਾਂ ਕਿ ਵੱਖ-ਵੱਖ ਟੈਂਪਰੇਚਰ ਨੋਰਮਲ ਹੈ? ਏਜ ਦੇ ਹਿਸਾਬ ਨਾਲ ਫਰਕ ਪੈਂਦਾ, ਕਿੱਥੇ ਅਸੀਂ ਰਹਿੰਦੇ ਉਸ ਹਿਸਾਬ ਨਾਲ ਫਰਕ ਪੈਂਦਾ, ਅਸੀਂ ਕੀ ਗਤੀਵਿਧੀ ਕਰਦੇ ਹਾਂ, ਸਾਡਾ ਜੋਬ ਕੀ ਆ ਉਹਦੇ ਨਾਲ ਫਰਕ ਪੈਂਦਾ, ਔਰਤਾਂ ਦੇ ਵਿੱਚ ਹਾਰਮੋਨਲ ਚੇਂਜਸ ਕਰਕੇ ਫਰਕ ਪੈਂਦਾ। ਇਸ ਤੋਂ ਪਹਿਲਾਂ ਆਪਾਂ ਡਿਸਕਸ਼ਨ 'ਚ ਜਾਈਏ, ਮੈਂ ਰਿਵਿਊ ਕਰ ਰਿਹਾ ਸੀ ਵੀ ਜਿਹੜਾ ਥਰਮਾਮੀਟਰ ਆ ਕੋਈ ਲੰਬੀ ਮਤਲਬ ਕਾਢ ਨਹੀਂ ਹੈਗੀ, ਇਹ ਰੀਸੈਂਟਲੀ ਹੀ ਬਣਿਆ। ਅੱਛਾ। ਔਰ 1714 'ਚ ਫੈਰਨਹਾਈਟ, ਡੈਨੀਅਲ ਫੈਰਨਹਾਈਟ ਨੇ ਪਹਿਲੀ ਵਾਰ ਥਰਮਾਮੀਟਰ ਬਣਾਇਆ, ਜਿਹੜਾ ਆਪਾਂ 98.6 ਡਿਗਰੀ ਫੈਰਨਹਾਈਟ ਕਹਿੰਦੇ ਨੋਰਮਲ ਟੈਂਪਰੇਚਰ। ਉਹਦੇ ਬਾਅਦ ਡਾਕਟਰ ਸੈਲਸੀਅਸ ਸੀ, ਉਹਨੇ ਸਵੀਡਨ 'ਚ ਕਰੀਬਨ 1742 'ਚ ਬਣਾਤਾ ਆਪਣਾ ਥਰਮਾਮੀਟਰ, ਜਿਹੜਾ ਉਹਨੇ ਕੈਲੀਬਰੇਟ ਸੈਲਸੀਅਸ ਕਰਤਾ। ਤਾਂ ਫਿਰ 60 ਸਾਲ ਤੱਕ ਥਰਮਾਮੀਟਰ ਜਿਹੜੇ ਹੈਗੇ ਆ ਬਣ ਤਾਂ ਗਏ ਸੀ, ਲੇਕਿਨ ਜਦੋਂ ਪੁਰਾਣੇ ਡਾਕਟਰ ਸੀ ਨਾ, ਕੋਈ ਬੁਖਾਰ ਦੇਖਦੇ ਸੀ ਉਹ ਹੱਥ ਦਾ ਇਹ ਹਿੱਸਾ ਲਾ ਕੇ ਵੀ ਹਾਂ ਤੇਰਾ ਸਰੀਰ ਗਰਮ ਹੈਗਾ, ਵੀ ਆਹ ਪੁੜੀ ਲੈ ਲਾ। ਬਟ ਟਾਇਲੋਨੋਲ ਵੀ ਨਹੀਂ ਸੀ, ਐਡਵਲ ਵੀ ਨਹੀਂ ਸੀ, ਕੋਈ ਮਤਲਬ ਉਹਨਾਂ ਦਾ ਦੇਸੀ ਨੁਸਖੇ ਹੁੰਦੇ ਸੀ। ਫਿਰ ਇੱਕ ਜਰਮਨ ਦਾ ਸਾਇੰਟਿਸਟ ਸੀ, ਉਹਨੇ ਸੋਚਿਆ ਵੀ ਪਹਿਲਾਂ ਤਾਂ ਆਪਾਂ ਦੇਖਣਾ ਵੀ ਬੋਡੀ ਦਾ ਨੋਰਮਲ ਟੈਂਪਰੇਚਰ ਕੀ ਹੈਗਾ, ਫਿਰ ਆਪਾਂ ਦੱਸਾਂਗੇ ਵੀ ਬੁਖਾਰ ਹੈਗਾ ਕਿ ਨਹੀਂ ਹੈਗਾ। ਕਿਸੇ ਨੂੰ ਤਾਂ ਨੋਰਮਲ ਦਾ ਵੀ ਨਹੀਂ ਪਤਾ। ਉਹਦਾ ਨਾਂ ਹੈਗਾ ਡਾਕਟਰ ਕਾਰਲ ਵੰਡਰਚਲ। ਤਾਂ ਉਹਨੇ 25,000 ਲੋਕਾਂ ਦਾ ਨਾ ਕੱਛਾਂ 'ਚ ਥਰਮਾਮੀਟਰ ਪਾ ਕੇ ਟੈਂਪਰੇਚਰ ਲਿੱਤਾ, ਜਿਹੜੇ ਨੋਰਮਲ ਹੈਲਦੀ ਸੀ ਉਸ ਇਲਾਕੇ ਦੇ। ਉਹਨੇ ਫਿਰ ਦੱਸਿਆ ਵੀ 37 ਡਿਗਰੀ ਸੈਂਟੀਗ੍ਰੇਡ ਜਾਂ 98 ਡਿਗਰੀ ਫੈਰਨਹਾਈਟ ਤੁਸੀਂ ਕਹਿ ਸਕਦੇ ਹੋ ਵੀ ਇਹ ਨੋਰਮਲ ਟੈਂਪਰੇਚਰ ਆ, +-0.5 ਦਾ ਉਹਨੇ ਫਿਰ ਵੀ ਵੇਰੀਏਬਲ ਰੱਖਿਆ ਵੀ ਕੁਛ ਵੀ ਹੋ ਸਕਦਾ। ਹੁਣ ਸਿੰਘ ਸਾਹਿਬ, ਜਿਹੜੀ ਨਵੀਂ ਰਿਸਰਚ ਆ ਰਹੀ, ਜਿਹਦਾ ਆਪਾਂ ਇੱਕ ਵਾਰੀ ਕੀਤਾ ਸੀ ਨਾ ਵੀ ਐਂਟੀਬਾਇਓਟਿਕ ਜਦੋਂ ਵਰਲਡ ਵਾਰ 'ਤੇ ਫਲੈਮਿੰਗ ਨੇ ਕੀਤੀ, ਉਹਨੇ ਕਿਹਾ ਵੀ 7 ਦਿਨ ਦੇ ਦਿਓ, ਹੈ ਨਾ। ਅਤੇ ਸਾਰੇ ਹੁਣ ਲਕੀਰ ਦੇ ਫਕੀਰ 7 ਦਿਨ ਲਿਖੀ ਜਾਂਦੇ, ਬਟ ਸਾਨੂੰ ਰਿਸਰਚ 'ਚ ਪਤਾ ਵੀ 5 ਦਿਨ ਦੇ ਵਿੱਚ ਵੀ ਪਤਨ ਹੋ ਜਾਂਦਾ ਬੈਕਟੀਰੀਆ ਦਾ, ਰਾਈਟ। ਸੋ ਹੁਣ ਜਦੋਂ ਮਾਡਰਨ ਰਿਸਰਚ ਆਇਆ ਅਤੇ ਪਹਿਲਾਂ US ਆਰਮੀ ਨੇ ਰਿਸਰਚ ਕੀਤਾ, ਉਹਨਾਂ ਨੇ ਦੇਖਿਆ ਵੀ ਮਾੜਾ ਜਿਹਾ ਘੱਟ ਆ ਐਕਚੁਅਲੀ ਜਿਹੜਾ ਦੱਸ ਰਿਹਾ ਡਾਕਟਰ ਕਾਰਲ, ਹੈ ਨਾ, 200 ਸਾਲ ਪਹਿਲਾਂ ਤਾਪਮਾਨ। ਹਾਂਜੀ। ਅਤੇ ਫਿਰ ਉਹਨਾਂ ਨੇ ਆਮ ਪਾਪੂਲੇਸ਼ਨ 'ਤੇ ਦੇਖਿਆ, ਉਹ ਕਹਿੰਦਾ ਵੀ ਲਗਭਗ 1 ਡਿਗਰੀ ਹੋਰ ਘੱਟ ਲੱਗ ਰਿਹਾ, ਜਿਹੜਾ ਐਵਰੇਜ ਹੋਣ ਆ। ਫਿਰ ਉਹਨਾਂ ਦੇ ਸਾਇੰਟਿਸਟ ਨੇ ਆਪਣਾ ਦਿਮਾਗ ਜਿਹੜਾ ਹੈਗਾ ਬ੍ਰੇਨਸਟੋਰਮ ਕੀਤਾ, ਤਾਂ ਉਹਨਾਂ ਨੇ 2 ਫੈਕਟਰ ਜਿਹੜੇ ਹੈਗੇ ਸਾਹਮਣੇ ਲੈ ਕੇ ਆਉਂਦੇ ਵੀ ਹੋ ਸਕਦਾ ਵੀ ਜਿਹੜਾ ਜਰਮਨੀ ਦਾ ਡਾਕਟਰ ਉਹ ਬਿਲਕੁਲ ਸਹੀ ਉਹਦੀ ਰਿਸਰਚ ਹੋਏ, ਉਹਦੇ 'ਚ ਕੋਈ ਟੋਟ ਨਾ ਹੋਵੇ। ਹੋ ਸਕਦਾ ਵੀ ਹੁਣ 200 ਸਾਲ ਬਾਅਦ ਜਿਹੜਾ ਸਾਡਾ ਤਾਪਮਾਨ ਮਾੜਾ ਜਿਹਾ ਕਿਉਂ ਘਟਿਆ, ਉਹਦੇ 2 ਫੈਕਟਰ ਉਹਨਾਂ ਨੇ ਲੈ ਕੇ ਆਉਂਦੇ। ਇੱਕ ਤਾਂ ਸਾਡਾ ਮੈਟਾਬੋਲਿਜ਼ਮ ਘੱਟ ਗਿਆ, ਅਸੀਂ ਹੂਟੇ ਮਾਟੇ ਲੈਣ ਲੱਗ ਪਏ, ਤੁਰਦੇ ਨਹੀਂ, ਦੌੜਦੇ ਨਹੀਂ, ਮੈਨੂਅਲ ਵਰਕ ਨਹੀਂ ਕਰਦੇ। 200 ਸਾਲ ਪਹਿਲਾਂ ਕਾਰਾਂ ਹੈ ਨਹੀਂ ਸੀ, ਸੋ ਤੁਹਾਨੂੰ ਤੁਰਨਾ ਫਿਰਨਾ ਪੈਂਦਾ ਸੀ। ਦੂਜਾ, ਜਿਹੜੇ ਇਨਫੈਕਸ਼ਨ ਸੀ ਉਹ ਵੀ ਘੱਟ ਗਏ। ਅਸੀਂ ਚਲੋ ਕੋਵਿਡ ਦੀ ਮਹਾਂਮਾਰੀ ਤੋਂ ਨਿਕਲੇ, ਦੂਜੀ ਗੱਲ ਹੈ, ਬਟ ਇਨ ਜਨਰਲ ਦੇਖੀਏ ਤਾਂ ਸਾਲ 'ਚ 1-ਅੱਧੀ ਵਾਰੀ ਕਿਸੇ ਨੂੰ ਫੀਵਰ ਹੁੰਦਾ ਹੀ ਨਹੀਂ ਆ। ਹੁਣ ਮੈਂ ਤੁਹਾਡੇ ਸਾਹਮਣੇ ਬੈਠਾ, 20 ਸਾਲ 'ਚ 1 ਵਾਰੀ ਫੀਵਰ ਨਹੀਂ ਹੋਇਆ, ਰਾਈਟ। ਸੋ ਕਹਿਣ ਦਾ ਮਤਲਬ ਤਾਂ ਉਦੋਂ ਇਨਸਾਨ ਨੂੰ
ਵਾਇਰਸ, ਬੈਕਟੀਰੀਆ, ਪੈਰਾਸਾਈਟ, ਹਰ ਚੀਜ਼ ਤੋਂ, ਫੰਗਸ ਤੋਂ ਇਨਫੈਕਸ਼ਨ ਹੁੰਦੇ ਸੀ, ਬੁਖਾਰ ਚੜ੍ਹਦਾ ਸੀ ਅਤੇ ਇਮਿਊਨ ਸਿਸਟਮ ਉੱਦਾਂ ਹੀ ਤੱਤਾ ਰਹਿੰਦਾ ਸੀ ਚੌਕੰਨੇ 'ਚ ਵੀ ਆਪਾਂ ਕੁਛ ਨਾ ਕੁਛ ਕਰੀਏ। ਹੁਣ ਸਾਡਾ ਜਿਹੜਾ ਤਾਪਮਾਨ ਹੈਗਾ ਸਾਡੇ ਸਰਕੇਡੀਅਨ ਰਿਦਮ ਦੇ ਨਾਲ ਵੀ ਚੱਲਣਾ। ਸਰਕੇਡੀਅਨ ਰਿਦਮ ਜਿਹੜੀ ਮਹਾਰਾਜ ਨੇ ਅੰਦਰ ਘੜੀ ਫਿੱਟ ਕੀਤੀ, ਇੱਕ ਬਾਹਰਲੀ ਘੜੀ, ਇੱਕ ਅੰਦਰਲੀ ਘੜੀ ਆ। ਅਤੇ ਜਦੋਂ ਅਸੀਂ ਨਾ ਉੱਠਣਾ ਸਵੇਰੇ, ਉਦੋਂ ਬੋਡੀ ਤਿਆਰ ਹੋ ਰਹੀ ਆ ਵੀ ਇਹਨੇ ਹੁਣ ਕੰਮ 'ਤੇ ਜਾਣਾ। ਜਦੋਂ ਹੁਣ ਆਪਾਂ ਪੁਰਾਣੇ ਟਾਈਮ 'ਤੇ ਕਾਰ ਨਹੀਂ ਹੈਗੇ, ਪਹਿਲਾਂ ਔਨ ਕਰਕੇ ਇੱਕ ਅੱਧਾ ਮਿੰਟ ਉਹਨੂੰ ਇੰਜਨ ਐਨ ਗਰਮ ਹੋਣ ਦਾ, ਫਿਰ ਅਤੇ 2 ਘੰਟੇ ਪਹਿਲੋਂ ਬੋਡੀ ਦਾ ਟੈਂਪਰੇਚਰ ਸਭ ਤੋਂ ਲੋਵੈਸਟ ਹੁੰਦਾ ਉੱਠਣ ਤੋਂ ਪਹਿਲਾਂ। ਉਹਦੇ ਬਾਅਦ ਬੋਡੀ ਹੌਲੀ ਹੌਲੀ ਤਾਪਮਾਨ ਉੱਤੇ ਲੈ ਕੇ ਆ ਰਹੀ ਹੁੰਦੀ ਹੈ, ਤਾਂ ਕਿ ਪੂਰੇ ਦਿਨ ਤੁਸੀਂ ਫਿਰ ਆਪਣੀ ਜੋ ਵੀ ਕੰਮ ਵਾਮ ਕਰੋ। ਅਤੇ ਸੌਣ ਤੋਂ 1-2 ਘੰਟਾ ਪਹਿਲੋਂ ਮੈਕਸੀਮਮ ਟੈਂਪਰੇਚਰ ਹੁੰਦਾ, ਫਿਰ ਉਸ ਤੋਂ ਬਾਅਦ ਡਿਕਰੀਜ਼ ਹੋਣਾ ਸ਼ੁਰੂ ਹੁੰਦਾ ਤਾਂ ਕਿ ਤੁਸੀਂ ਸੌਂ ਜਾਓ, ਬੋਡੀ ਦੀ ਮੈਟਾਬੋਲਿਜ਼ਮ ਘੱਟ ਗਈ। ਹੁਣ ਜਿਹੜਾ ਬਜ਼ੁਰਗ ਹੈਗਾ ਉਹਦਾ ਸਰਕੇਡੀਅਨ ਰਿਦਮ ਜਿਹੜਾ ਹੈਗਾ ਉਹ ਵੀ ਵਧੀਆ ਕੰਮ ਨਹੀਂ ਕਰਦਾ। 1-2 ਵਾਰੀ ਰਾਤ ਨੂੰ ਉੱਠ ਜਾਂਦਾ ਹੈ ਨਾ, ਉਹਨੂੰ ਪਿਸ਼ਾਬ ਆਇਆ, ਕੁਛ ਵੀ ਆ, ਪ੍ਰੋਸਟੇਟ ਆ, ਉਹ ਸਰਕੇਡੀਅਨ ਰਿਦਮ ਵੀ ਠੀਕ ਠਾਕ ਨਹੀਂ। ਦੂਜਾ ਉਹਦੇ ਜਿਹੜੇ ਫੈਕਟਰਸ ਹੈਗੇ ਆ, ਓਕੇ, ਸਾਡੇ ਬ੍ਰੇਨ 'ਚ ਨਾ ਇੱਕ ਜਗ੍ਹਾ ਹੈਗੀ ਹਾਈਪੋਥੈਲਮਸ, HYPOTHALAMUS, ਹਾਂਜੀ, ਤਾਂ ਉਹ ਸਾਡਾ ਸਾਰਾ ਰੈਗੂਲੇਟ ਕਰਦਾ। ਉਹ ਸਾਡਾ ਹੈਗਾ ਥਰਮੋਸਟੈਟ। ਜਦੋਂ ਤੁਸੀਂ ਸੈੱਟ ਕੀਤਾ ਵੀ ਹੁਣ ਇਸ ਆਫਿਸ 'ਚ 20 ਡਿਗਰੀ ਸੈਂਟੀਗ੍ਰੇਡ ਆ, AC ਲੱਗੀ ਤਾਂ ਹੀ ਮੈਂ ਜੈਕਟ ਜੁਕਟ ਪਾਇਆ, ਨਹੀਂ ਤਾਂ ਪਸੀਨਾ ਮੈਨੂੰ ਵੀ ਵਾਹਵਾ ਹੋਣਾ ਸੀ। ਸੋ ਜਿਹੜਾ ਸਾਡਾ ਥਰਮੋਸਟੈਟ ਹੈਗਾ ਉਹ ਹੈਗਾ ਹਾਈਪੋਥੈਲਮਸ। ਜਦੋਂ ਸਮਝੋ ਕੋਈ ਜਰਾਸੀਮ ਅੰਦਰ ਜਾਂਦੇ, ਹਾਈਪੋਥੈਲਮਸ ਨੂੰ ਸਿਗਨਲ ਮਿਲਦਾ, ਉਹ ਟੈਂਪਰੇਚਰ ਚੱਕਦਾ, ਤੁਹਾਨੂੰ ਬੁਖਾਰ ਕਰਦਾ ਤਾਂ ਕਿ ਜਰਾਸੀਮ ਦਾ ਪਤਨ ਹੋਵੇ, ਕਿਉਂਕਿ ਉਹਨੂੰ ਨਹੀਂ ਪਤਾ ਤੁਹਾਡੇ ਕੋਲ ਦਵਾਈ ਹੈਗੀ ਕਿ ਨਹੀਂ ਹੈਗੀ। ਸਾਡੀ ਬੋਡੀ ਬੜੀ ਪ੍ਰੀਮਿਟਿਵ ਹੈਗੀ ਹੈ, 4 ਮਿਲੀਅਨ ਸਾਲ ਤੋਂ ਧਰਤੀ ਦੇ ਉੱਤੇ ਆਪਾਂ ਤੁਰ ਰਹੇ ਹਾਂ। ਦੂਜਾ ਹੁਣ ਜਦੋਂ ਬਾਹਰਲਾ ਜਿਹੜਾ ਹੈਗਾ, ਹੁਣ ਤੁਸੀਂ 40-42 ਡਿਗਰੀ ਦੀ ਗੱਲ ਕੀਤੀ ਹੈ ਨਾ, ਬਾਹਰ ਜਦੋਂ ਟੈਂਪਰੇਚਰ ਵੱਧਦਾ ਉਹਦਾ ਸਰੀਰ ਦੇ ਉੱਤੇ ਵੀ ਅਸਰ ਹੁੰਦਾ, ਤਾਂ ਹਾਈਪੋਥੈਲਮਸ ਨੂੰ ਫਿਰ ਸਿਗਨਲ ਜਾਂਦਾ। ਹਾਈਪੋਥੈਲਮਸ ਕਹਿੰਦਾ ਤੂੰ ਫਿਕਰ ਨਾ ਕਰ, ਮੈਂ ਤੈਨੂੰ ਬਚਾਊਂਗਾ। ਉਹ ਕੀ ਕਰਦਾ, ਜਿਹੜੇ ਚਮੜੇ ਦੇ ਥੱਲੇ ਖੂਨ ਦੀਆਂ ਨਸਾਂ ਉਹਨਾਂ ਨੂੰ ਖੋਲ੍ਹ ਦਿੰਦਾ ਤਾਂ ਕਿ ਉਹਦੇ ਵਿੱਚੋਂ ਦੀ ਪਸੀਨਾ ਜਿਹੜਾ ਹੈਗਾ ਵਾਵਾ ਬਣੇ, ਪਸੀਨੇ ਨਾਲ ਬੋਡੀ ਕੂਲ ਹੋਵੇ। ਇਹ ਬੋਡੀ ਦਾ ਮੇਨ ਡਿਫੈਂਸ ਹੈਗਾ ਵੀ ਪਸੀਨੇ ਦੇ ਨਾਲ ਬੋਡੀ ਨੂੰ ਕੂਲ ਕਰਨਾ। ਤੁਸੀਂ ਦੇਖੋ, ਜਦੋਂ ਤੁਸੀਂ ਐਕਸਰਸਾਈਜ਼ ਕਰੋਗੇ, ਕਾਰਡੀਓ ਕਰ ਲਓ ਵਗੈਰਾ, ਤੁਹਾਨੂੰ ਪਸੀਨਾ ਆਊਗਾ ਕਿਉਂਕਿ ਤੁਹਾਡਾ ਕੋਰ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ। ਹਾਈਪੋਥੈਲਮਸ ਕਹਿੰਦਾ ਵੀ ਨਹੀਂ, ਇਹਦਾ ਟੈਂਪਰੇਚਰ ਮੈਂ ਸੈੱਟ ਕਰਨਾ, ਬੈਸਟ ਥਿੰਗ ਹੈਗਾ ਇਹਨੂੰ ਪਸੀਨਾ ਦੇ ਦਿਓ ਤਾਂ ਕਿ ਇਹਦੀ ਬੋਡੀ ਟੈਂਪਰੇਚਰ ਬੈਕ ਟੂ ਨੋਰਮਲ ਹੋਣਾ ਸ਼ੁਰੂ ਹੋ ਜਾਏ। ਐਕਸਰਸਾਈਜ਼ ਕਰਕੇ ਵੀ ਕਈ ਵਾਰ ਘੰਟਾ 2 ਘੰਟਾ ਤੁਹਾਨੂੰ ਪਸੀਨਾ ਆਉਂਦਾ ਰਹਿੰਦਾ ਕਿਉਂਕਿ ਬੋਡੀ ਦਾ ਕੋਰ ਟੈਂਪਰੇਚਰ ਡਰੋਪ ਨਹੀਂ ਹੋਇਆ ਹੁੰਦਾ। ਬਿਲਕੁਲ। ਉਹ ਔਰਤਾਂ ਦੇ ਵਿੱਚ ਟੈਂਪਰੇਚਰ ਮਰਦਾਂ ਨਾਲੋਂ 0.5 ਡਿਗਰੀ ਥੋੜ੍ਹਾ ਜਿਹਾ ਜ਼ਿਆਦਾ, ਕਿਉਂਕਿ ਉਹਨਾਂ ਦੇ ਹਾਰਮੋਨਸ ਜਿਹੜੇ ਹੈਗੇ ਆ ਥੋੜ੍ਹੇ ਗਤੀਵਿਧੀ ਉਹਨਾਂ ਦੀ ਜ਼ਿਆਦਾ ਹੁੰਦੀ ਆ। ਉਹਨਾਂ ਦਾ ਜਿੱਦਾਂ 28 ਦਿਨ ਦਾ ਚੰਦਰਮਾ ਦਾ, ਉਹਨਾਂ ਦਾ ਵੀ ਸਾਈਕਲ ਇੱਦਾਂ ਚੱਲਦਾ ਹਾਰਮੋਨ ਦੇ ਅਧੀਨ। ਔਰ ਜਿਹੜਾ ਓਵੂਲੇਸ਼ਨ ਹੈਗਾ, ਜਦੋਂ ਅੰਡਾ ਰਿਲੀਜ਼ ਹੁੰਦਾ ਮਿਡ ਸਾਈਕਲ 'ਚ ਲਗਭਗ, ਉਦੋਂ ਟੈਂਪਰੇਚਰ ਹੋਰ ਚੱਕਿਆ ਜਾਂਦਾ। ਸੋ ਉਹਨਾਂ ਦਾ ਮਤਲਬ ਉਹਦੇ ਨਾਲ ਵੀ ਹੈਗਾ। ਦੂਜਾ ਸਾਡੇ ਇੱਥੇ ਜਿਹੜਾ ਗਲੈਂਡ ਹੈਗਾ ਥਾਇਰੋਇਡ, ਇਹ ਬੜਾ ਇੰਪੋਰਟੈਂਟ ਹੈਗਾ ਕਿਉਂਕਿ ਹਰ ਇੱਕ ਸੈੱਲ ਨੂੰ ਇਹਨੇ ਊਰਜਾ ਦੇਣੀ ਹੈ, ਮੈਟਾਬੋਲਿਜ਼ਮ ਦੇਣੀ ਹੈ। ਅਗਰ ਥਾਇਰੋਇਡ ਲੋ ਚੱਲ ਰਿਹਾ ਤਾਂ ਬੋਡੀ ਟੈਂਪਰੇਚਰ ਤੁਹਾਡਾ ਲੋ ਹੋ ਜਾਊਗਾ। 5% ਮੈਂ ਬੱਚੇ ਦੇਖਦਾ ਜਿਹਦਾ ਥਾਇਰੋਇਡ ਹਾਈ ਹੁੰਦਾ, ਉਹਨਾਂ ਦਾ ਬੋਡੀ ਟੈਂਪਰੇਚਰ ਵੱਧ ਜਾਂਦਾ, ਉਹਨਾਂ ਦੀ ਜਿਵੇਂ ਨੀਂਦ ਘੱਟ ਜਾਂਦੀ ਆ, ਉਹਨਾਂ ਦਾ ਵੇਟ ਘਟਣਾ ਸ਼ੁਰੂ ਹੋ ਜਾਂਦਾ। ਸੋ ਉਹ ਵੀ ਫੈਕਟਰ ਹੈਗਾ ਵੀ ਥਾਇਰੋਇਡ ਜ਼ਿਆਦਾ ਹੋ ਗਿਆ ਤਾਂ ਟੈਂਪਰੇਚਰ ਤੁਹਾਡਾ ਚੱਕਿਆ ਜਾਣਾ, ਲੋ ਹੋਇਆ ਅਤੇ ਟੈਂਪਰੇਚਰ ਥੋੜ੍ਹਾ ਡਰੋਪ ਹੋ ਜਾਣਾ। ਇਹ ਕੁਛ ਕਾਰਨ ਹੈਗੇ, ਲੇਕਿਨ ਬੜੇ ਕੰਪਲੈਕਸ ਕਾਰਨ, ਲੇਕਿਨ ਬੋਡੀ ਨੂੰ ਬੜੀ ਸਮੂਥਲੀ ਰੋਜ਼ ਇਹਨੂੰ ਮੇਨਟੇਨ ਕਰੀ ਜਾ ਰਹੀ ਹੈ। ਆਟੋ ਫੰਕਸ਼ਨਿੰਗ ਸੈਲਫ ਰਿਪੇਅਰ ਯੂਨਿਟ ਵਾਂਗਰ। ਚਲੋ ਸਾਹਿਬ, ਜਿਹੜੇ ਬੱਚਿਆਂ ਦੀ ਸਕਿਨ ਆ ਇਹ ਪਤਲੀ ਆ ਐਡਲਟਸ ਨਾਲੋਂ ਅਤੇ ਸਵੈਟ ਘੱਟ ਕਰਦੀ ਹੈ, ਗਰਮੀਆਂ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ? ਬਿਲਕੁਲ। ਬੱਚੇ ਜਿਹੜੇ ਹੈਗੇ 2-3 ਘੰਟੇ ਬਾਹਰ ਖੇਡਣਾ ਮੰਗਦੇ, ਔਰ ਜ਼ਿਆਦਾ ਖੇਡਣਾ ਵੀ ਚਾਹੀਦਾ, ਲੇਕਿਨ ਉਹਨਾਂ ਦੀ ਜਿਹੜੀ ਚਮੜੀ ਪਤਲੀ ਹੈਗੀ ਹੈ, ਉਹਨਾਂ ਦੇ ਥੱਲੇ ਫੈਟ ਲੇਅਰ ਘੱਟ ਹੈਗਾ, ਸਵੈਟਿੰਗ ਥੋੜ੍ਹੀ ਜਿਹੀ ਘੱਟ ਹੁੰਦੀ ਕਿਉਂਕਿ ਸਰਫੇਸ ਏਰੀਆ ਉਹਨਾਂ ਹੈ ਨਹੀਂ ਕੂਲ ਡਾਊਨ ਵਾਸਤੇ, ਇਸ ਲਈ ਪਾਣੀ ਉਹਨਾਂ ਨੂੰ ਹਰ 2 ਘੰਟੇ ਬਾਅਦ ਦੇਣਾ ਚਾਹੀਦਾ। ਔਰ ਬੱਚਿਆਂ 'ਚ ਜਿਹੜੇ ਡੀਹਾਈਡਰੇਸ਼ਨ ਦੇ ਲੱਛਣ ਹੈਗੇ ਆ, ਕਈ ਵਾਰ ਉਹਨਾਂ ਦਾ ਸੁਭਾਅ ਖਿਰਵੜਾ ਹੋ ਸਕਦਾ, ਇਰੀਟੇਬਲ ਹੋ ਸਕਦਾ, ਕਈ ਵਾਰ ਮਤਲਬ ਕਲਾਸੀਕਲ ਡੀਹਾਈਡਰੇਸ਼ਨ ਦੇ ਲੱਛਣ ਨਹੀਂ ਹੋ ਸਕਦੇ, ਨੀਂਦ 'ਚ ਪ੍ਰੋਬਲਮ ਆ ਸਕਦੀ ਆ, ਮਸਲਸ ਦੀ ਉਹਨਾਂ ਦੀ ਕਰੈਂਪਸ ਹੋ ਸਕਦੀ ਆ, ਪਿਸ਼ਾਬ ਘੱਟ ਆ ਸਕਦਾ। ਸੋ ਉਹਨਾਂ ਨੂੰ ਪਾਣੀ ਧਾਣੀ ਜਿਹੜਾ ਹੈਗਾ ਹਰ 2 ਘੰਟੇ ਬਾਅਦ ਜਿਹੜਾ ਹੈਗਾ ਮਿਲਣਾ ਚਾਹੀਦਾ। ਜਿਹੜੇ ਸਾਡੇ ਮਤਲਬ ਉਮਰ ਜਿਉਂ ਵੱਧਦੀ ਆ, ਸਾਡਾ ਚਮੜਾ ਜਿਹੜਾ ਹੈਗਾ ਉਹਦਾ ਵੀ ਫੰਕਸ਼ਨਿੰਗ ਜਿਹੜੀ ਘਟਦੀ ਆ, ਜਿਹੜੇ ਖੂਨ ਦੀ ਬਲੱਡ ਵੈਸਲਸ ਹੈਗੀਆਂ ਚਮੜੇ ਥੱਲੇ, ਜਿਹੜਾ ਆਪਾਂ ਪਸੀਨੇ ਦਾ ਕਹਿੰਦੇ ਸੀ, ਉਹਦੇ 'ਚ ਵੀ ਵਿਘਨ ਪੈਂਦਾ। ਬੈਸਟ ਇਹੀ ਆ ਵੀ ਜਿਹੜਾ ਯੂਥ ਹੈਗਾ ਔਰ ਐਡਲਟ ਹੈਗਾ ਉਹਦੇ 'ਚ ਸਿਸਟਮ 100% ਆ। ਜਿਹੜਾ 5 ਸਾਲ ਤੋਂ ਥੱਲੇ ਬੱਚਾ ਅਤੇ 65 ਤੋਂ ਉੱਤੇ ਬਜ਼ੁਰਗ ਹੈ ਉਹਨਾਂ 'ਚ ਸਿਸਟਮ ਥੋੜ੍ਹਾ ਜਿਹਾ ਕਮਜ਼ੋਰ ਚੱਲਦਾ। ਪਰ ਇੱਕ ਉਮਰ ਦੇ ਲੋਕ ਵੀ ਜੇ ਉਸੇ ਹੀ ਤਾਪਮਾਨ 'ਚ ਰੱਖੇ ਜਾਣ, ਹੁਣ ਸਾਡੇ ਇੱਥੇ ਰੇਡੀਓ ਸਟੇਸ਼ਨ ਦੇ ਉੱਤੇ ਜਿਹੜਾ ਟੈਂਪਰੇਚਰ ਤਾਂ ਸੇਮ ਆ ਜੀ,
ਹੁਣ ਸਾਡੇ 'ਚੋਂ ਕਈ ਲੋਕ ਤਾਂ ਠੁੱਠਰ ਕਰਦੇ ਆ, ਸ਼ਾਲ ਲੈ ਕੇ ਆਉਂਦੀਆਂ ਕਈ ਲੜਕੀਆਂ, ਕਈ ਬਿਲਕੁਲ ਅੱਧੀਆਂ ਬਾਹਾਂ ਦੀ ਸ਼ਰਟ ਪਾਈ ਰੱਖਦੇ ਆ, ਉਹਨਾਂ ਨੂੰ ਉਹ ਕਹਿੰਦੇ ਹਾਲੇ ਵੀ ਗਰਮੀ ਆਈ ਜਾਂਦੀ ਹੈ। ਇਹ ਕਿਉਂ? ਮੈਂ ਆਪਣਾ ਐਕਸਪੀਰੀਅੰਸ ਦੱਸਾਂਗਾ। ਮੈਨੂੰ ਤੁਸੀਂ ਯਾਦ ਦਿਲਾਤਾ, ਨਿਊਫਾਊਂਡਲੈਂਡ ਤਾਂ ਮੈਂ ਜਦੋਂ ਸਟਾਰਟ ਕੀਤਾ ਫੈਮਿਲੀ ਡਾਕਟਰ ਦਾ, ਮੈਨੂੰ ਉੱਥੇ ਲਾਇਸੈਂਸ ਮਿਲ ਗਿਆ ਸੀ, ਇੱਥੇ ਮਿਲਦਾ ਨਹੀਂ ਸੀ, ਹੈ ਨਾ, ਐਗਜ਼ਾਮ ਪਾਸ ਹੋ ਗਏ। ਤਾਂ ਉੱਥੇ ਹੁਣ -20 ਡਿਗਰੀ ਸੀ ਅਤੇ ਮੈਂ ਹਾਫ ਸਲੀਵ ਪਾ ਕੇ ਮੈਂ ਬੰਬੇ ਦਾ ਗਿੱਜਿਆ, ਮੈਨੂੰ ਠੰਡ ਨਹੀਂ ਲੱਗਦੀ ਸੀ। ਜਦੋਂ ਸਟੋਰਮ ਹੋਣਾ ਜਾਂ ਕੁਛ ਤਾਂ ਮੈਂ ਜੈਕਟ ਪਾ ਕੇ ਜਾਣਾ। ਹੁਣ ਮੈਂ ਜਦੋਂ ਦੇਖਿਆ ਵੀ ਰਿਸਰਚ ਕੀਤੀ, ਸ਼ਾਇਦ ਮੇਰੇ 'ਚ ਵੀ ਉਹ ਜੀਨ ਨਾ ਹੋਵੇ, ਲੇਕਿਨ ਮੈਂ ਟੈਸਟਿੰਗ ਤਾਂ ਕਰਵਾਉਣੀ ਨਹੀਂ। ਹੁਣ ਗੱਲ ਇੱਥੇ ਹੁੰਦੀ ਥਿੰਨ ਸਾਹਿਬ ਵੀ ਜਦੋਂ ਇਨਸਾਨਾਂ ਦਾ ਜਿਹੜਾ ਮੁੱਢਲਾ ਵਸੇਵਾ ਉਹ ਅਫਰੀਕਾ 'ਚ ਆ, ਉੱਥੋਂ ਦੀ ਇਨਸਾਨ ਦੀ ਮਾਈਗ੍ਰੇਸ਼ਨ ਹੁੰਦੀ ਹੈ। ਸੋ ਜਿਹੜੇ ਮਾਈਗ੍ਰੇਸ਼ਨ ਯੂਰਪ ਔਰ ਠੰਡੇ ਮੁਲਕਾਂ 'ਚ ਗਏ, ਉਹਨਾਂ ਦੇ ਵਿੱਚ ਉਹਨਾਂ ਦੇਖਿਆ ਵੀ ਇੱਕ ਜੀਨ ਡਿਫੈਕਟ ਹੈਗਾ। ਜੀਨ ਡਿਫੈਕਟ ਦਾ ਮਤਲਬ ਇਹ ਹੈਗਾ ਵੀ ਜਿਹੜੀ ਸਾਡੀ ਮਸਲ ਹੈਗੀ ਆ, ਉਹਦੇ ਵਿੱਚ ACTN3 ਕਰਕੇ ਇੱਕ ਜੀਨ ਹੈਗੀ ਆ, ਉਹ ਕੰਮ ਠੀਕ ਨਹੀਂ ਕਰ ਰਹੀ, ਉਹਦੇ ਕਰਕੇ ਉਹ ਪ੍ਰੋਪਰ ਪ੍ਰੋਟੀਨ ਨਹੀਂ ਬਣ ਰਹੀ। ਲੇਕਿਨ ਉਹਦਾ ਐਡਵਾਂਟੇਜ ਦੇਖੋ, ਉਹ ਬੰਦੇ ਜਿਹੜੇ ਹੈਗੇ ਕੋਲਡ ਬਹੁਤ ਜ਼ਿਆਦਾ ਟੋਲਰੇਟ ਕਰ ਪਾਉਂਦੇ ਆ। ਜਦੋਂ ਰਿਸਰਚ ਕੀਤੀ ਉਹਨਾਂ ਨੇ, ਕਰੀਬਨ 20-25 ਡਿਗਰੀ ਸੈਂਟੀਗ੍ਰੇਡ ਠੰਡ ਦੇ ਵਿੱਚ ਉਹਨਾਂ ਨੇ 100 ਬੰਦੇ ਲਿੱਤੇ, ਅਤੇ ਉਹਦੇ ਵਿੱਚੋਂ 70 ਬੰਦੇ ਉਹ ਸੀ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ 2 ਘੰਟੇ ਬਾਅਦ ਵੀ। ਉਹਨਾਂ ਦੇ ਵਿੱਚੋਂ ਜੀਨ ਡਿਫੈਕਟ ਸੀ। 30 ਜਿਹੜੇ ਹੈਗੇ 15 ਮਿੰਟ ਬਾਅਦ ਕਹਿੰਦੇ ਵੀ ਸਾਨੂੰ ਤਾਂ ਹੁਣ ਕੱਕਰ ਵਾਲਾ ਲੱਗਦਾ, ਵੀ ਛੱਡੋ ਅਸੀਂ ਨਹੀਂ ਜਾਣਾ। ਹੁਣ ਇਹਦਾ ਐਡਵਾਂਟੇਜ ਇਹ ਹੁੰਦਾ ਵੀ ਜਦੋਂ ਸਾਨੂੰ ਠੰਡ ਲੱਗਦੀ ਆ, ਸਾਡਾ ਬੋਡੀ ਦਾ ਡਿਫੈਂਸ ਇਹ ਹੈਗਾ ਵੀ ਚਮੜੇ ਦੇ ਥੱਲੇ ਖੂਨ ਵਾਲੀਆਂ ਜਿਹੜੀ ਨਸਾਂ ਉਹਨੂੰ ਟਾਈਟ ਕਰ ਲੈਂਦਾ, ਤਾਂ ਕਿ ਬੋਡੀ ਵਿੱਚ ਹੀਟ ਸਟੋਰ ਹੋਵੇ, ਅਤੇ ਤੁਹਾਨੂੰ ਫਿਰ ਕੰਬਣੇ ਸ਼ੁਰੂ ਹੋ ਜਾਂਦੇ ਤਾਂ ਕਿ ਬੋਡੀ ਵਿੱਚ ਹੀਟ ਜਨਰੇਟ ਹੋਵੇ। ਹੁਣ ਕਿਉਂਕਿ ਇਹ ਮਸਲ ਦੇ ਉੱਤੇ ਡਿਫੈਕਟ ਹੈਗਾ, ਜੀਨ ਡਿਫੈਕਟ, ਮਸਲ ਦੇ ਨਾ ਸਾਡੇ 2 ਫਾਈਬਰਸ ਹੈਗੇ, ਇੱਕ ਸਲੋ ਫਾਈਬਰ, ਇੱਕ ਫਾਸਟ ਫਾਈਬਰ। ਜਿਹੜਾ ਸਲੋ ਫਾਈਬਰ ਹੈਗਾ ਨਾ, ਜਿਹੜੇ ਮੈਰਾਥਨ ਰਨਰ ਆ, ਉਹਨਾਂ ਦੇ ਵਿੱਚ ਉਹ ਬਹੁਤ ਜ਼ਰੂਰੀ ਚਾਹੀਦਾ, ਉਹ ਲੌਂਗ ਟਰਮ ਐਂਡੋਰੈਂਸ ਵਾਸਤੇ ਹੈਗਾ, ਵੀ ਤੁਹਾਨੂੰ ਉਹ ਥੱਕੂਗਾ ਨਹੀਂ। ਜਿਹੜਾ ਸਪ੍ਰਿੰਟ ਵਾਸਤੇ ਚਾਹੀਦਾ ਉਹ ਹੈਗਾ ਫਾਸਟ ਫਾਈਬਰ, ਜਿਹੜਾ 100 ਮੀਟਰ ਦੀ ਦੌੜੀ 'ਚ ਤੁਸੀਂ ਦੇਖੋ, 100 ਮੀਟਰ ਦੀ ਦੌੜੀ 'ਚ ਕਿਹੜੇ ਰੰਗ ਦੇ ਲੋਕ ਜਿੱਤਦੇ? ਹਮੇਸ਼ਾ ਡਾਰਕ ਰੰਗ ਦੇ ਜਿੱਤਦੇ। ਉਹ ਜੀਨ ਡਿਫੈਕਟ ਉਹਨਾਂ 'ਚ ਨਹੀਂ ਹੈ, ਕਿਉਂਕਿ ਸਪ੍ਰਿੰਟਿੰਗ 'ਚ ਅਗਰ ਤੁਹਾਡੇ ਉਹ ਜੀਨ ਡਿਫੈਕਟ ਹੈਗਾ, ਤੁਸੀਂ ਸਪ੍ਰਿੰਟਰ ਵਧੀਆ ਨਹੀਂ ਬਣ ਸਕਦੇ। ਸੋ ਉਹ ਜਿਹੜਾ ਹੈਗਾ ਤੁਹਾਨੂੰ ਸਪ੍ਰਿੰਟਿੰਗ ਨੂੰ ਥੋੜ੍ਹਾ ਜਿਹਾ ਪ੍ਰੋਹਿਬਿਟ ਕਰੂਗਾ, ਲੇਕਿਨ ਤੁਹਾਨੂੰ ਕੋਲਡ ਟੋਲਰੈਂਸ ਵਾਸਤੇ ਉਹ ਜਿਹੜਾ ਹੈਗਾ ਉਹ ਠੀਕ ਰੱਖੂਗਾ। ਦੂਜਾ, ਜਿੱਦਾਂ ਮੈਂ ਦੱਸਿਆ ਸੀ ਵੀ ਹਾਰਮੋਨਲ ਚੇਂਜਸ ਕਰਕੇ ਮੇਲ ਫੀਮੇਲ ਦੇ ਜਿਹੜੇ ਹੈਗੇ ਆ, ਉਹਨਾਂ ਦੇ ਕਰਕੇ ਵੀ ਫਰਕ ਪੈਂਦਾ। ਅੱਛਾ, ਜਿਹੜੀ ਹਾਈਡਰੇਸ਼ਨ ਦੇ ਇੰਪੈਕਟ ਕਿੰਨਾ ਕੁ ਪੈਂਦਾ? ਜਿਹੜੀ ਹਾਈਡਰੇਸ਼ਨ ਆ ਅਤੇ ਫੂਡ ਆ, ਕੋਈ ਖਾਸ ਫੂਡਸ ਤੁਹਾਨੂੰ ਜ਼ਿਆਦਾ ਹਾਈਡਰੇਟਡ ਰੱਖਦੀਆਂ? ਹੁਣ ਗਰਮੀਆਂ ਦੇ ਵਿੱਚ ਕਿਹੜੇ ਫੂਡ, ਫਰੂਟਸ ਜਾਂ ਕਈ ਚੀਜ਼ਾਂ ਖਾਧੀਆਂ ਜਾਣ ਜਿਹੜੀਆਂ ਤੁਹਾਨੂੰ ਹਾਈਡਰੇਟਡ ਰੱਖਣ? ਹਾਈਡਰੇਸ਼ਨ ਵਾਸਤੇ ਬੈਸਟ ਤੇ ਹੈਲਥ ਕੈਨੇਡਾ ਕਹਿੰਦੇ ਵੀ ਆਪਾਂ ਪਾਣੀ ਪੀਏ, ਹੈ ਨਾ। ਸੋ ਪਾਣੀ 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 ਪਾਣੀ। ਲੇਕਿਨ ਜਿਹੜੇ ਫਰੂਟਸ ਜਿਹੜੇ ਹੈਗੇ ਆ, ਤੁਸੀਂ ਦੇਖੋ ਹੁਣ ਕੱਲ੍ਹ ਦੇ ਸੀਜ਼ਨ 'ਚ ਵਾਟਰਮੈਲਨ, ਜਿਹਨੂੰ ਆਪਾਂ ਮਤੀਰਾ, ਖਰਬੂਜਾ, ਹਦਵਾਣਾ, ਜੋ ਵੀ ਆਪਾਂ ਕਹਿੰਦੇ ਹਾਂ, ਸਟ੍ਰਾਬੇਰੀ ਆ, ਬਲੂਬੈਰੀ ਆ, ਖੀਰਾ ਆ, ਹੋਰ ਚੀਜ਼ਾਂ ਹੈਗੀਆਂ, ਇਹਨਾਂ 'ਚ ਬਹੁਤ ਸਾਰਾ ਪਾਣੀ ਹੈਗਾ। ਜਿਹੜੀਆਂ ਚੀਜ਼ਾਂ ਆਪਾਂ ਨਹੀਂ ਲੈਣੀਆਂ, ਮੋਸਟਲੀ ਕੈਫੀਨੇਟਿਡ ਡਰਿੰਕ, ਜਿੱਦਾਂ ਕੌਫੀ ਹੋ ਗਈ, ਜਿੱਦਾਂ ਚਾਕਲੇਟ ਹੋ ਗਈ, ਅਲਕੋਹਲ ਹੋ ਗਈ, ਇਹਦੇ ਨਾਲ ਪਿਸ਼ਾਬ ਬਹੁਤ ਜ਼ਿਆਦਾ ਬਣਦਾ, ਇਹਦੇ ਨਾਲ ਡੀਹਾਈਡਰੇਸ਼ਨ ਹੋ ਸਕਦਾ। ਸੋ ਇਹ ਜਿਹੜੀ ਚੀਜ਼ਾਂ ਅਸੀਂ ਘੱਟ ਲਈਏ ਜਾਂ ਅਵੋਇਡ ਕਰੀਏ। ਹੁਣ ਇਹ ਜਿਹੜਾ ਹੈਗਾ ਨਾ, ਗਲੋਬਲ ਪੱਧਰ 'ਤੇ ਹੀ ਜਿਹੜਾ ਹੈਗਾ ਚੇਂਜ ਆਪਾਂ ਦੇਖ ਰਹੇ ਹਾਂ। ਜਿਹੜੇ ਹੜ੍ਹ ਆ ਰਹੇ ਪੰਜਾਬ 'ਚ, ਜੇ ਇੱਥੇ ਅੱਗਾਂ ਲੱਗੀਆਂ 400 BC 'ਚ ਲੱਗੀਆਂ ਹੋਈਆਂ, ਯੂਰਪ 'ਚ ਤਾਪਮਾਨ ਬਹੁਤ ਜ਼ਿਆਦਾ, ਅਮਰੀਕਾ 'ਚ 50 ਡਿਗਰੀ ਸੈਂਟੀਗ੍ਰੇਡ ਟੱਚ ਹੋ ਗਿਆ ਸੀ ਐਰੀਜ਼ੋਨਾ 'ਚ। ਲੋਕੀ ਜਾ ਕੇ ਸੈਲਫੀਆਂ ਲੈ ਰਹੇ ਸੀ, ਉਹ ਬਾਹਰ ਉਹਨਾਂ ਦਾ ਲੱਗਾ ਸੀ ਥਰਮਾਮੀਟਰ ਜਿਹਾ ਵੀ ਅਸੀਂ ਮਤਲਬ ਇਸ ਰੈਕੋਰਡ ਨੂੰ ਆਪਣਾ ਕੈਪਚਰ ਕਰਨਾ। ਇਹ ਕਿਉਂ ਹੋਇਆ? ਕਿਉਂਕਿ ਇਹਦੇ ਕੰਪਲੈਕਸ ਰੀਜ਼ਨ ਹੈਗੇ, ਲੇਕਿਨ ਬੋਡੀ ਜਿਹੜੀ ਹੈਗੀ ਉਹਨੂੰ ਅਡੈਪਟ ਕਰਨਾ ਪੈਣਾ। ਔਰ ਉਹਦੇ ਲਈ ਬੈਸਟ ਤਰੀਕਾ ਇਹੀ ਹੈਗਾ ਵੀ ਜਦੋਂ ਸ਼ਿਕਰ ਦੁਪਹਿਰ ਹੁੰਦੀ ਆਪਾਂ ਨਾ ਜਾਈਏ ਬਹੁਤਾ ਬਾਹਰ, ਕਰੀਬਨ 10 ਤੋਂ ਲੈ ਕੇ 4 ਵਜੇ ਤੱਕ। ਜਿਹੜੇ ਕੰਮ ਬਾਹਰ ਕੰਮ ਕਰਦੇ, ਸਟ੍ਰਾਬੇਰੀ, ਬਲੂਬੈਰੀ ਫਾਰਮ 'ਚ ਕੰਸਟਰਕਸ਼ਨ ਵਾਲੇ, ਉਹਨਾਂ ਨੂੰ ਹਰ 2 ਘੰਟੇ ਰੈਸਟ ਕਰਕੇ ਪਾਣੀ ਤਾਣੀ ਸ਼ਾਮੇ ਬਹਿ ਕੇ ਪੀਣਾ ਚਾਹੀਦਾ, ਨਹੀਂ ਤਾਂ ਇੰਪੈਕਟ ਬਹੁਤ ਬੈਡ ਹੋਏਗਾ। ਕਿਸੇ ਨੂੰ 3 ਮੌਤਾਂ ਇਸ ਸਾਲ ਹੋ ਚੁੱਕੀਆਂ ਹੀਟ ਰਿਲੇਟਿਡ। 2021 'ਚ 600 ਤੋਂ ਜ਼ਿਆਦਾ ਹੋਈਆਂ ਸੀ ਹੀਟ ਡੋਮ ਦੇ ਨਾਲ। ਸੋ ਉਹ ਸਾਰੀਆਂ ਪ੍ਰੀਵੈਂਟੇਬਲ ਸੀ, 98% ਪ੍ਰੀਵੈਂਟੇਬਲ ਸੀ। ਸੋ ਉਹਦਾ ਇਹੀ ਕਾਰਨ ਹੈਗਾ ਵੀ ਸਾਨੂੰ ਹੀਟ ਸਟ੍ਰੋਕ ਜਿਹੜਾ ਹੈਗਾ, ਹੀਟ ਰਿਲੇਟਿਡ ਜਿਹੜੀ ਹੈਗੀ ਹੈ ਐਡਵਰਸਿਟੀ, ਜਿਹਦੇ ਨਾਲ ਡੈਥ ਹੁੰਦੀ, ਉਹਨੂੰ ਪ੍ਰੀਵੈਂਟ ਕਰਨਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਜਿਹੜੀ ਸਡਨ ਫਲਕਚੁਏਸ਼ਨ ਟੈਂਪਰੇਚਰ ਗਰਮੀਆਂ ਦੇ ਮਹੀਨੇ 'ਚ, ਜਿਵੇਂ ਤੁਸੀਂ ਕਾਰ 'ਚ ਬੈਠੇ ਜਾ ਰਹੇ ਹੋ, ਅੱਧਾ ਘੰਟਾ ਕਾਰ 'ਚ ਰਹੇ, ਇੱਕਦਮ ਬਾਹਰ ਨਿਕਲ ਗਏ, ਅਨਲੋਡ ਕਰਨ ਲੱਗ ਗਏ, ਗਰਮੀ ਹੋ ਗਏ, ਫਿਰ ਤੁਸੀਂ ਕਾਰ ਚਲੇ ਗਏ। ਲਾਈਕ ਇਹ ਸਰਟਨ ਫਲਕਚੁਏਸ਼ਨਸ ਨੇ ਕੁਛ ਕਰਦੀਆਂ ਨੇ ਕਿ ਵਹਿਮ ਪਿਆ ਹੋਇਆ ਨਹੀਂ ਜੀ ਮੈਂ ਤਾਂ ਗਰਮ ਸਰਦ ਹੋ ਜਾਊਂਗਾ, ਮੈਂ ਨਹੀਂ ਏਅਰ ਕੰਡੀਸ਼ਨ ਲਾਉਣਾ, ਏਅਰ ਕੰਡੀਸ਼ਨ ਨਾਲ ਬੰਦਾ ਬਿਮਾਰ ਹੋ ਜਾਂਦਾ। ਕਈ ਲੋਕਾਂ ਦੇ ਕਾਰਾਂ 'ਚ ਏਅਰ ਕੰਡੀਸ਼ਨ ਆ, ਉਹ ਸ਼ੀਸ਼ਾ ਖੋਲ੍ਹ ਲੈਂਦੇ ਆ, ਏਅਰ ਕੰਡੀਸ਼ਨ ਔਨ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਕਿ ਜੇ ਏਅਰ ਕੰਡੀਸ਼ਨ ਔਨ ਕਰ ਲਿਆ ਤਾਂ ਮੇਰਾ ਠੰਡ ਹੋ ਜਾਣੀ ਹੈ, ਮੈਂ ਬਿਮਾਰ ਹੋ ਜਾਣਾ।
ਇੱਦਾਂ ਨਹੀਂ ਹੁੰਦਾ, ਜਿਹੜਾ ਬਿਮਾਰ ਹੁੰਦਾ ਉਹ ਤਾਂ ਵਾਇਰਸ ਤੋਂ ਹੁੰਦਾ। ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ ਵੀ ਮੈਂ ਤਾਂ ਗਿੱਜਿਆ ਹੋਇਆ ਸੀ ਨਾ, ਹਾਫ ਸਲੀਪ ਪਾਉਂਦਾ, ਨਿੱਕਰ ਪਾਉਂਦਾ ਮਾਮੇ, ਜਦੋਂ ਮਾੜਾ ਜਿਹਾ ਦਸੰਬਰ 'ਚ ਨਾ 20 ਡਿਗਰੀ ਨੂੰ ਅਸੀਂ ਠੰਡ ਕਹਿੰਦੇ ਹੁੰਦੇ ਸੀ ਤਿੰਨ ਸਾਹਿਬ ਉੱਤੇ, ਅਤੇ 35 ਡਿਗਰੀ ਨੂੰ ਗਰਮੀ, ਅਤੇ ਤੂੰ ਬਾਹਰ ਨਾ ਇਕੱਲਾ ਇਕੱਲਾ ਮੁੰਡਾ, ਤੂੰ ਬਾਹਰ ਘੱਟ ਜਾਇਆ ਕਰ, ਤੈਨੂੰ ਠੰਡ ਲੱਗ ਜਾਣੀ। ਮੈਂ ਫਿਰ ਬਿਲੀਵ ਵੀ ਕਰਨਾ ਮਾਤਾ ਨੂੰ ਵੀ ਮਾਤਾ ਸੀ, ਬਾਅਦ 'ਚੋਂ ਜਦੋਂ ਮੈਂ ਮੈਡੀਸਿਨ 'ਚ ਗਿਆ ਮੈਂ ਵੀ ਚਲੋ ਠੀਕ ਆ ਵੀ ਮੈਂ ਮਾਤਾ ਨੂੰ ਕ੍ਰਿਟਿਕ ਨਹੀਂ ਕੀਤਾ, ਬਟ ਹੁੰਦਾ ਤਾਂ ਵਾਇਰਸ ਤੋਂ ਅਗਰ ਠੰਡ ਲੱਗਣੀ ਹੈ ਨਾ, ਸੇ ਵਹਿਮ ਅਸੀਂ ਪਾਲੇ ਹੋਏ। ਏਅਰ ਕੰਡੀਸ਼ਨ ਤੁਹਾਨੂੰ ਬਚਾਊਗਾ। ਅਗਰ ਤੁਹਾਡੀ ਹੀਟ ਹੈ ਨਾ, ਬੋਡੀ ਕੋਰ ਟੈਂਪਰੇਚਰ ਜਿਹੜਾ ਵੱਧ ਰਿਹਾ ਉਹਨੂੰ ਪ੍ਰੀਵੈਂਟ, ਉਹ ਤਾਂ ਹੀ ਤੁਸੀਂ ਦੇਖੋ 800 ਏਅਰ ਕੰਡੀਸ਼ਨਰ ਮਾਨਯੋਗ ਸਿਹਤ ਮੰਤਰੀ ਨੇ ਕਹੇ ਆ ਵੀ ਦੇਣ ਵਾਸਤੇ ਬਜ਼ੁਰਗਾਂ ਨੂੰ, ਹੈ ਨਾ 8000 ਸੱਚ, ਉਹਦੇ ਵਿੱਚੋਂ ਕਰੀਬਨ 2000 ਤੇ ਇੰਸਟਾਲ ਕਰਨ ਦੀ ਚੱਲੇ ਹੋਏ ਆ, ਵਿਕਟੋਰੀਆ ਤੋਂ ਹਾਲੇ ਪਹੁੰਚੇ ਨਹੀਂ। ਉਹਦਾ ਵੀ ਬੜਾ ਪੰਗਾ ਜੋ, ਕਿਉਂਕਿ ਲੈਂਡਲੋਰਡ ਤੋਂ ਪਰਮਿਸ਼ਨ ਲੈਣੀ ਪੈਣੀ ਆ, ਬਿੱਲ ਕੌਣ ਦਊਗਾ ਬਿਜਲੀ ਦਾ, ਚਲੋ ਐਨੀ ਡਿਫਰੈਂਟ ਸਟੋਰੀ। ਲੇਕਿਨ ਕਹਿਣ ਦਾ ਮਤਲਬ ਏਅਰ ਕੰਡੀਸ਼ਨ ਅਗਰ ਤੁਹਾਡੀ ਕਾਰ 'ਚ ਹੈਗਾ ਤਾਂ ਉਹਨੂੰ ਪਲੀਜ਼ ਯੂਜ਼ ਕਰੋ, ਘਰ ਵੀ ਹੈਗਾ ਤਾਂ ਯੂਜ਼ ਕਰੋ। ਔਰ ਜਿਹੜੇ ਇਹ ਵਹਿਮ ਹੈਗੇ ਆ ਇਹ ਗਲਤ ਹੈਗੇ ਆ ਵੀ ਗਰਮ ਸਰਦ ਕੁਛ ਨਹੀਂ ਹੁੰਦਾ। ਔਰ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਬਹੁਤ ਲੋਕ ਮੈਨੂੰ ਕਹਿੰਦੇ ਆ ਠੰਡਾ ਪਾਣੀ ਪੀਏ, ਨੋਰਮਲ ਪੀਏ ਜਾਂ ਮਾੜਾ ਜਿਹਾ ਗਰਮ ਪੀਏ। ਮੈਂ ਕਿਹਾ ਤੂੰ ਪੀ ਸਹੀ ਜਿਹੜਾ ਮਰਜ਼ੀ ਪੀਣਾ। ਐਕਚੁਅਲੀ ਠੰਡੇ ਪਾਣੀ ਦਾ ਐਡਵਾਂਟੇਜ ਦੇਖੋ, ਨਾਰਥ ਅਮਰੀਕਾ ਮੋਸਟਲੀ ਠੰਡਾ ਪਾਣੀ ਪੀਂਦੀ ਹੈ ਜਾਂ ਆਈਸ ਕੋਲਡ ਪੀਂਦੀ ਹੈ। ਜਦੋਂ ਬੋਡੀ ਦਾ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਹੈ ਨਾ, ਬੋਡੀ ਨੂੰ ਉਸ ਪਾਣੀ ਨੂੰ 37 'ਚ ਲੈ ਕੇ ਹੀ ਆਉਣਾ। ਜਦੋਂ ਠੰਡਾ ਆਪਾਂ ਪੀ ਰਹੇ ਆ ਅਤੇ ਬੋਡੀ ਐਕਚੁਅਲੀ ਕੈਲੋਰੀ ਬਰਨ ਕਰ ਰਹੀ ਆ ਉਹਨੂੰ ਗਰਮ ਕਰਨ ਵਾਸਤੇ, ਠੰਡੇ ਨੂੰ। ਅੱਛਾ, ਸੋ ਬੋਡੀ ਤਾਂ ਐਕਚੁਅਲੀ ਕੈਲੋਰੀ ਯੂਜ਼ ਕਰ ਰਹੀ ਆ। ਸੋ ਇਸ ਲਈ ਫਿਰ ਕੋਈ ਕਹਿੰਦੇ ਆ ਵੀ ਖੜੇ ਹੋ ਕੇ ਪੀਏ, ਬਹਿ ਕੇ ਪੀਏ, ਲੰਮੇ। ਮੈਂ ਕਿਹਾ ਦੇਖੋ, ਜਦੋਂ ਤੁਸੀਂ ਪੈਦਾ ਹੋਏ ਸੀ ਤੁਸੀਂ ਬਹਿ ਕੇ ਦੁੱਧ ਨਹੀਂ ਪੀ ਸਕਦੇ ਸੀ, ਮਾਂ ਨੇ ਤੁਹਾਨੂੰ ਲੰਮੇ ਪਾ ਕੇ ਪਿਲਾਇਆ। ਸਮਾਨ ਤਾਂ ਮਿਹਦੇ 'ਚ ਜਾਣਾ, ਤੁਸੀਂ ਖੜੇ ਹੋ ਕੇ ਪੀ ਲਓ, ਬਹਿ ਕੇ ਪੀ ਲਓ, ਤੁਰ ਕੇ ਪੀ ਲਓ, ਪੀਓ ਸਹੀ। ਗੱਲ ਹੈਗਾ ਵੀ ਪਾਣੀ ਪੀਣਾ ਚਾਹੀਦਾ। ਪਰ ਇਕੱਲਾ ਪਾਣੀ ਮੈਂ ਸੁਣਿਆ ਵੀ ਜਿਹਦੇ 'ਚ ਨਿੰਬੂ ਹੋਵੇ, ਨੂਣ ਹੋਵੇ ਤਾਂ ਜ਼ਿਆਦਾ ਅਸਰ ਕਰਦਾ, ਨਹੀਂ ਤਾਂ ਇਕੱਲਾ ਫੋਕਾ ਸਿੱਧਾ ਪਾਣੀ ਪੀ ਜਾਓ, ਕਹਿੰਦੇ ਉਹ ਹਾਈਡਰੇਟ ਨਹੀਂ ਕਰਦਾ। ਆਮ ਜਿਹੜਾ ਵਿਅਕਤੀ ਆ ਉਹਦੇ ਲਈ ਠੀਕ ਆ, ਲੇਕਿਨ ਜਿਹੜੇ ਬਹੁਤ ਜ਼ਿਆਦਾ ਇੰਟੈਂਸ ਕੰਮ ਕਰਦੇ ਆ, ਦੇਖੋ ਜਿਹੜੇ ਗੇਟੋਰੇਡ ਪਾਵਰੇਡ ਬਣੇ ਸੀ ਬਾਸਕਟਬਾਲ ਪਲੇਅਰ ਵਾਸਤੇ, ਜਿਹੜੇ 10-10 ਘੰਟੇ ਮਿਹਨਤ ਮੁਸ਼ੱਕਤ ਕਰਦੇ ਸੀ। ਇੱਕ ਆਪਣਾ ਕੈਪੀਟਲ ਟੈਲ ਹੋਣ ਵਾਲਿਆਂ ਦਾ ਵੀ ਮੁੰਡਾ ਜਿਹੜਾ ਹੈਗਾ ਉਹ 8-8 ਘੰਟੇ ਬਾਸਕਟਬਾਲ ਖੇਡਦਾ ਉੱਥੇ। ਹਾਂਜੀ, ਮੈਂ ਦੇਖਿਆ। ਤਾਂ ਉਹ ਰਾਣਾ ਦਾ, ਗੁਰਜਿੰਦਰ ਰਾਣਾ ਦਾ, ਉਹ ਸਲਿਮ ਐਂਡ ਟ੍ਰਿਮ ਹੈਗਾ, ਕੇਵਿਨ ਉਹਦਾ ਨਾਂ ਹੈਗਾ, ਕਰਨ ਹੈ ਕਿ ਕੇਵਿਨ ਹੈ ਨਹੀਂ, ਉਹ ਮਤਲਬ ਉਹਦੇ ਲਈ ਠੀਕ ਆ। ਨਿੰਬੂ ਵੀ, ਲੂਣ ਵੀ ਚਾਹੀਦਾ, ਕਿਉਂਕਿ ਉਹ ਪਸੀਨੇ ਦੇ ਨਾਲ ਸਾਲਟ ਵੀ ਲੂਜ਼ ਹੋ ਰਿਹਾ। ਆਮ ਲੋਕਾਂ ਦੇ ਲਈ ਨਹੀਂ ਹੈ, ਲੇਕਿਨ ਤਾਂ ਵੀ ਅਗਰ ਆਪਾਂ ਨਿੰਬੂ ਮਾੜਾ ਜਿਹਾ ਵਿੱਚ 2 ਚਮਚ ਸ਼ੂਗਰ ਥੋੜ੍ਹਾ ਜਿਹਾ ਹੋ ਜਾਂਦਾ ਪਾਣੀ, ਹਾਂ, ਅਤੇ ਉਹ ਤੁਹਾਨੂੰ ਮਸਲ ਨੂੰ ਜਿਹੜਾ ਹੈਗਾ ਸਾਲਟ ਜਿਹੜਾ ਦਿੰਦਾ, ਨਾਲੇ ਸਵਾਦਲਾ ਵੀ ਲੱਗਦਾ, ਹੈ ਨਾ, ਥੋੜ੍ਹਾ ਸਵਾਦ ਵੀ ਮਿਲ ਜਾਊਗਾ। ਬਾਹਰੋਂ ਨਾ ਲਿਆ ਕਰੋ, ਘਰੇ ਬਣਾ ਲਿਆ ਕਰੋ। ਨਿੰਬੂ ਸਾਰਿਆਂ ਦੇ ਘਰ ਹੈਗੇ ਆ ਫਰੂਟੀ ਕਰਨਾ ਜਾਂ ਦੂਜੇ ਸਟੋਰਾਂ 'ਚ ਬੜੇ ਸਸਤੇ ਮਿਲਦੇ ਆ, ਥੋੜ੍ਹਾ ਨਿਚੋੜ, ਕਿਉਂਕਿ ਵਾਈਟਮਿਨ ਸੀ ਵੀ ਹੈਗੀ ਨਿੰਬੂ 'ਚ, ਉਹ ਤੁਹਾਨੂੰ ਟੇਸਟ ਵੀ ਦਿੰਦਾ, ਤੁਹਾਡਾ ਇਮਿਊਨ ਸਿਸਟਮ ਵੀ ਬੂਸਟ ਕਰਦਾ। ਨਾਲ ਮਾੜਾ ਜਿਹਾ ਲੂਣ ਪਾ ਲਓ, ਭਾਵੇਂ ਕਾਲਾ ਪਾ ਲਓ, ਚਿੱਟਾ ਪਾ ਲਓ, ਪਾਓ ਸਹੀ ਥੋੜ੍ਹਾ ਬਹੁਤ। ਸੋਡੀਅਮ ਆ ਜਿਹੜਾ ਚਾਹੀਦਾ, ਔਰ ਪਾਣੀ ਦੇ ਵਿੱਚ ਥੋੜ੍ਹੀ ਜਿਹੀ ਚੀਨੀ ਪਾ ਲਓ, ਕਿਉਂਕਿ ਚੀਨੀ ਦੇ ਉੱਤੇ ਲੂਣ ਨੇ ਬੈਠ ਕੇ ਸਾਡੇ ਇੰਟੈਸਟਾਈਨ ਤੋਂ ਅੰਦਰ ਜਾਣਾ। ਉਹ ਟਰਾਂਸਪੋਰਟ ਮੈਕੈਨਿਜ਼ਮ, ਉਹਦਾ ਐਲੀਵੇਟਰ, ਜਿਹੜੀ ਲਿਫਟ ਹੈਗੀ ਆ, ਉਹ ਸ਼ੂਗਰ ਹੈਗੀ ਆ ਇੰਟੈਸਟਾਈਨ ਤੋਂ ਐਬਜ਼ੋਰਬ ਕਰਨ ਦੀ। ਸੋ ਇਸ ਲਈ ਇਹ ਸਾਡੇ ਜਿਹੜੇ ਪੁਰਾਣੇ ਟੋਟਕੇ ਸੀ, ਜਦੋਂ ਗਰਮੀ ਹੁੰਦੀ ਸੀ ਸਕੰਜਵੀ ਬਣਾਉਂਦੇ ਸੀ ਵਗੈਰਾ, ਇਹ ਠੀਕ ਹੈਗੇ ਆ, ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਹਾਈਡਰੇਸ਼ਨ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਮੇਰਾ ਲਾਸਟ ਸਵਾਲ ਇਹ ਆ ਵੀ ਤੁਸੀਂ ਦੱਸਦੇ ਰਹੇ ਹੋ ਵੀ ਧੁੱਪੇ ਬੈਠਣ ਨਾਲ ਵਿਟਾਮਿਨ ਡੀ ਮਿਲਦੀ ਹੈ, ਵਿਟਾਮਿਨ ਡੀ ਦੀ ਕਮੀ ਰਹਿੰਦੀ ਹੈ ਇੱਥੇ, ਵਿਟਾਮਿਨ ਡੀ ਬਾਹਰੋਂ ਲਓ, ਧੁੱਪੇ ਬੈਠੋ। ਹੁਣ ਧੁੱਪ ਆ ਗਈ, ਹੁਣ ਕਹਿ ਰਹੇ ਕਿ ਛਾਵੇਂ ਰਹੋ, ਬਾਹਰ ਨਾ ਜਾਓ, ਦਰਖਤਾਂ ਥੱਲੇ ਰਹੋ। ਸ਼ਿਖਰ ਦੁਪਹਿਰ ਦੀ ਹੁਣ ਦੇਖੋ, ਵਿਟਾਮਿਨ ਡੀ ਦਾ ਥਿਨ ਸਾਹਿਬ ਇੱਦਾਂ ਬਹੁਤ ਜ਼ਰੂਰੀ ਆ। ਇਹ ਤਾਂ ਹੁਣ ਹਾਰਮੋਨ ਹੈਗਾ। ਪਹਿਲਾਂ ਆਪਾਂ ਕਹਿੰਦੇ ਸੀ ਵਿਟਾਮਿਨ ਡੀ ਵੀ ਹੱਡੀਆਂ ਵਾਸਤੇ ਤੇ ਕੈਲਸ਼ੀਅਮ, ਲੇਕਿਨ ਬ੍ਰੇਨ ਹੈਲਥ ਵਾਸਤੇ, ਇਮਿਊਨ ਸਿਸਟਮ ਵਾਸਤੇ, ਸਾਰੇ ਵਾਸਤੇ ਜ਼ਰੂਰੀ ਆ। ਰਿਸਰਚ ਇਹ ਵੀ ਸ਼ੋਅ ਕਰਦਾ, ਅਗਰ ਆਪਾਂ ਰੋਜ਼ 15 ਮਿੰਟ ਬਾਹਰ ਧੁੱਪੇ ਘੁੰਮੀਏ, ਭਾਵੇਂ ਮਾਰਨਿੰਗ 'ਚ, ਈਵਨਿੰਗ 'ਚ, ਲੇਕਿਨ ਬਸ਼ਰਤ ਇਹ ਹੈਗੀ ਆ ਵੀ ਥੋੜ੍ਹਾ ਬਹੁਤ ਸਾਡੇ ਪੱਟ ਵੀ, ਲੱਤਾਂ ਵੀ ਐਕਸਪੋਜ਼ ਹੋਣ, ਬਾਂਹ ਵੀ ਐਕਸਪੋਜ਼ ਹੋਵੇ, ਤਾਂ ਕਿ ਸਰਫੇਸ ਤਾਂ ਮਿਲੇ ਜਿੱਥੇ ਸੂਰਜ ਨੇ ਅਸਰ ਕਰਨਾ। ਜਿਹੜੇ ਚਮੜੇ ਦੇ ਥੱਲੇ ਸਾਡਾ ਫੈਟ ਹੈਗਾ, ਉੱਥੋਂ ਦੀ ਵਿਟਾਮਿਨ ਡੀ ਬਣਾਉਂਦਾ। ਅਲਟਰਾ ਵਾਇਲਟ ਬੀ ਜਿਹੜਾ ਹੈਗਾ, UVB, ਉਹਦੇ ਅਸਰ ਦੇ ਨਾਲ। ਹੁਣ ਜਿਹੜੀ ਸਨ ਬਲੋਕ ਕਰੀਮ ਹੈਗੀਆਂ, ਉਹਦੇ ਵਿੱਚ UVA, UVB ਵੀ ਹੈਗਾ, ਲੇਕਿਨ ਉਹ 100% ਕਦੇ ਨਹੀਂ ਬਲੋਕ ਕਰ ਸਕਦੀਆਂ। 95 to 97% ਹੀ ਬਲੋਕ ਕਰਨਗੀਆਂ। ਉਹਦੇ ਬਾਵਜੂਦ ਵੀ, ਸਨ ਪ੍ਰੋਟੈਕਸ਼ਨ ਮਿਲਣ ਤੋਂ ਬਾਵਜੂਦ ਵੀ ਤੁਹਾਡਾ ਵਿਟਾਮਿਨ ਡੀ ਬਣ ਸਕਦਾ।
ਜਿਹੜਾ ਮੈਲਿਗਨੈਂਟ ਮੈਲਨੋਮਾ ਸਨ ਕੈਂਸਰ ਆ ਰੈਕੋਰਡ ਪੱਧਰ 'ਚ ਅਮਰੀਕਾ ਕੈਨੇਡਾ 'ਚ ਉਹਦੀ ਮਾਨਤਾ ਗੋਰਿਆਂ 'ਚ ਜ਼ਿਆਦਾ, ਸਾਡੇ 'ਚ ਘੱਟ ਹੈ, ਬਟ ਉਹਦੇ ਚਾਂਸਿਸ ਬਹੁਤ ਜ਼ਿਆਦਾ। ਉਸ ਤੋਂ ਪ੍ਰੀਵੈਂਟ ਕਰਨ ਵਾਸਤੇ ਸਨ ਪ੍ਰੋਟੈਕਸ਼ਨ ਚਾਹੀਦਾ। ਵਿਟਾਮਿਨ ਡੀ ਸਨਸਕਰੀਨ ਲਾਉਣ ਤੋਂ ਬਾਵਜੂਦ ਵੀ ਮਿਲ ਸਕਦਾ, ਜਾਂ 15 ਮਿੰਟ ਉੱਦਾਂ ਵੀ ਤੁਸੀਂ ਮਤਲਬ ਜਿਹੜਾ ਹੈਗਾ ਸਨ 'ਚ ਜਾਂਦੇ ਆ ਤੇ ਮਿਲ ਸਕਦਾ। ਕਹਿੰਦੇ ਆਪਣੇ ਹੱਥ ਤੇ ਪੈਰ ਹੀ ਧੁੱਪੇ ਰੱਖ ਲਓ 15 ਮਿੰਟ, ਉਹਦੇ ਨਾਲ ਵੀ, ਕਿਉਂਕਿ ਜਿਹੜਾ ਹੈਗਾ ਬੋਡੀ ਜਿਹੜੀ ਹੈਗੀ ਹੈ ਇਹ ਤਾਂ ਬੜੀ ਪ੍ਰਿਮਿਟਿਵ ਹੈਗੀ ਹੈ ਨਾ, ਬੋਡੀ ਜਿਹੜੀ ਹੈਗੀ ਤੁਹਾਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਹਮੇਸ਼ਾ ਤੁਹਾਡੇ ਲਈ ਵਧੀਆ ਕੰਮ ਕਰੂਗੀ। ਔਰ ਅਗਰ ਆਪਾਂ ਦੇਖੀਏ ਬਾਹਰਲੇ ਸੋਰਸਿਸ ਵੀ ਸਾਡੇ ਕੋਲ ਵਿਟਾਮਿਨ ਡੀ ਦੇ ਹੈਗੇ ਆ ਨਾ, ਵੈਜੀਟੇਰੀਅਨ ਸੋਰਸ 'ਚ ਇੱਕੋ ਹੈਗਾ, ਉਹ ਹੈਗੇ ਆ ਮਸ਼ਰੂਮ, ਖੁੰਬਾਂ। ਕੋਈ ਹੋਰ ਵੈਜੀਟੇਰੀਅਨ ਸੋਰਸ 'ਚ ਵਿਟਾਮਿਨ ਡੀ ਨਹੀਂ ਹੈਗਾ। ਬਾਕੀ ਨੋਨ ਵੈਜ 'ਚ ਸਾਰਿਆਂ 'ਚ ਹੈਗਾ। ਜਿਹੜੀ ਆਇਲੀ ਫਿਸ਼ ਹੈਗੀ ਆ, ਜਿਹੜੇ ਹੱਡੀ ਵਾਲੇ ਜੀਵ ਜੰਤੂ ਆਪਾਂ ਖਾਂਦੇ, ਮਟਨ ਆ, ਚਿਕਨ ਆ, ਮੱਛੀ ਆ, ਅੰਡਾ ਆ, ਇਹ 'ਚ ਵੀ ਵਿਟਾਮਿਨ ਡੀ ਹੈਗਾ। ਔਰ ਵਿਟਾਮਿਨ ਡੀ ਸਪਲੀਮੈਂਟ ਵੀ ਆਪਾਂ ਲੈ ਸਕਦੇ ਹਾਂ 1000 to 4000 ਯੂਨਿਟ ਹੈਲਥ ਕਹਿੰਦਾ, ਕਿਉਂਕਿ ਐਵਰੀ 3rd 4th ਪਰਸਨ 'ਚ ਲੋ ਹੈਗੀ ਕੈਨੇਡਾ 'ਚ। ਡਾਕਟਰ ਸਾਹਿਬ, ਜਿਹੜੀ ਕਈ ਲੋਕ ਤੁਸੀਂ ਦੇਖੇ ਹੋਣੇ ਤੁਰਦੇ ਜਾਂਦੇ ਆ, ਸ਼ਰਾਬ ਨਹੀਂ ਉਹਨਾਂ ਦੀ ਪੀਤੀ, ਕੋਈ ਨਸ਼ਾ ਨਹੀਂ ਹੁੰਦਾ, ਉਹ ਸਿੱਧੇ ਨਹੀਂ ਤੁਰਦੇ, ਡਾਵਾਂਡੋਲ ਡਿੱਗਦੇ ਡਿੱਗਦੇ ਤੁਰਦੇ ਆ। ਕਹਿੰਦੇ ਉਹ ਵਿਟਾਮਿਨ B12 ਅਤੇ B6 B1 ਦੀ ਘਾਟ ਕਰਕੇ ਬੰਦਾ ਬੈਲੈਂਸ ਨਹੀਂ ਰੱਖ ਸਕਦਾ। ਉਹਨੂੰ ਪੈਰੀਫਰਲ ਨਿਊਰੋਪੈਥੀ ਕਹਿੰਦੇ ਆ। ਜਿਹੜੀ ਸਾਡੀ ਖੂਨ ਦੀ ਬ੍ਰੇਨ ਦੀ ਨਸਾਂ ਹੈਗੀਆਂ ਨਾ, ਉਹ ਬਿਲਕੁਲ ਸਹੀ ਮਾਤਰਾ 'ਚ ਸਿਗਨਲ ਦੇਣ ਤਾਂ ਸਾਡਾ ਬੈਲੈਂਸ ਹੋਊਗਾ। ਸੋ ਜਿਹੜੀ ਹੈਗੀ ਹੈ ਤੁਸੀਂ ਜ਼ਿਕਰ ਕੀਤੀ ਆ B12 ਡੈਫੀਸ਼ੀਐਂਸੀ, ਉਹਦੇ ਕਰਕੇ ਪੈਰੀਫਰਲ ਨਿਊਰੋਪੈਥੀ ਹੁੰਦੀ ਆ, ਜਿਸ 'ਚ ਇੱਦਾਂ ਲੱਗਦਾ ਵੀ ਅਸੀਂ ਰੂੰ ਦੇ ਉੱਤੇ ਤੁਰ ਰਹੇ ਹਾਂ, ਅਸੀਂ ਡਿੱਗ ਜਾਣਾ, ਅਸੀਂ ਡਾਵਾਂਡੋਲ ਹੋ ਰਹੇ ਹਾਂ। ਔਰ ਬਹੁਤ ਈਜ਼ੀ ਹੈਗਾ, ਆਪਾਂ ਗੋਲੀ ਵੀ ਦੇ ਸਕਦੇ ਜਾਂ ਇੱਕ ਟੀਕਾ ਮਹੀਨੇ 2 ਮਹੀਨੇ ਬਾਅਦ ਲਾ ਲਈਏ। ਬਜ਼ੁਰਗ ਬਹੁਤ ਲਾਈਕ ਕਰਦੇ, ਉਹ ਪਿੰਕ ਜਿਹਾ ਟੀਕਾ ਹੁੰਦਾ ਨਾ, ਉਹ ਖੁਸ਼ੀ ਵੀ ਬਹੁਤ ਹੁੰਦੀ, ਨਾਲੇ ਥੋੜ੍ਹਾ ਜਿਹਾ ਨਾ ਉਹ ਬ੍ਰੇਨ 'ਚ ਨਿਊਰੋ ਟਰਾਂਸਮੀਟਰ ਵੀ ਸਕਰੀਟ ਕਰਦਾ, ਥੋੜ੍ਹਾ ਸਰੂਰ ਜਿਹਾ ਵੀ ਹੁੰਦਾ, ਨਾਲੇ ਬਲੀਫ ਵੀ ਹੁੰਦਾ ਮੈਂ ਟੀਕਾ ਲਾ ਕੇ ਆਇਆ, ਮੈਂ ਠੀਕ ਹੋ ਜਾਣਾ। ਪਰ ਉਹਦੇ ਨਾਲ ਵੈਸੇ ਤੁਰਨ 'ਚ ਵੀ ਫਰਕ ਪੈ ਜਾਂਦਾ। ਹਾਂਜੀ ਹਾਂਜੀ, ਬਿਲਕੁਲ ਇਹ ਕਿਊਰੇਬਲ ਚੀਜ਼ਾਂ ਹੈਗੀਆਂ ਇਹ ਸਾਰੀਆਂ, ਹੈ ਨਾ। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ। ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।